ਸਤਿ ਸ਼੍ਰੀ ਅਕਾਲ। ਮੇਰੇ YouTube ਚੈਨਲ ਸੁੱਖੀ ਪੰਜਾਬੀ ਵਰਲਡ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਪੰਜਾਬੀ ਪਾਠ ਪੁਸਤਕ ਜੋ ਕਿ 7ਵੀਂ ਜਮਾਤ ਦੀ ਪਾਠ ਪੁਸਤਕ ਹੈ, ਪਹਿਲੀ ਭਾਸ਼ਾ ਦੀ, ਉਸ ਦੀ ਦੂਸਰਾ ਪਾਠ ਹੈ ਮੋਤੀ। ਇਹ ਇੱਕ ਕਹਾਣੀ ਹੈ ਜਿਹੜੀ ਕਿ ਪ੍ਰਿੰਸੀਪਲ ਸੁਜਾਨ ਸਿੰਘ ਦੁਆਰਾ ਲਿਖੀ ਗਈ ਹੈ। ਇਸ ਕਹਾਣੀ ਦੇ ਵਿੱਚ ਉਹਨਾਂ ਨੇ ਜਾਨਵਰਾਂ ਦੀ ਵਫਾਦਾਰੀ ਦੀ ਅਤੇ ਜਾਨਵਰਾਂ ਦੇ ਪਿਆਰ ਦੀ ਗੱਲ ਕੀਤੀ ਹੈ ਅਤੇ ਬਾਲ ਮਨ 'ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ ਉਸ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਇਸ ਕਹਾਣੀ ਦੇ ਔਖੇ ਸ਼ਬਦ। ਕਾਊਚ ਦਾ ਅਰਥ ਹੁੰਦਾ ਸੋਫਾ, ਬੂਥੀ ਦਾ ਅਰਥ ਹੁੰਦਾ ਹੈ ਮੂੰਹ, ਚਿਹਰਾ, ਰਜੋਈ ਹੁੰਦੀ ਹੈ ਬੇਨਤੀ, ਤਰਬ ਕੇ, ਡਰ ਕੇ, ਘਬਰਾ ਕੇ, ਵਾਕਫ ਜਾਣਕਾਰ, ਮਨਜ਼ੂਰ ਪ੍ਰਵਾਨ ਕਰਨਾ, ਮੰਨਣਾ, ਅਫਸੋਸਿਆ ਚਿੰਤਾਤਰ ਜਿਸ ਨੂੰ ਪਛਤਾਵਾ ਲੱਗਿਆ ਹੋਵੇ, ਆਪਣੇ ਵੰਡੇ ਦਾ, ਆਪਣੇ ਹਿੱਸੇ ਦਾ, ਕਰੂੰਡੀਆ ਇਕੱਠਾ ਹੋ ਕੇ ਬਹਿਣਾ। ਇਹ ਸੱਪ ਵਾਸਤੇ ਵਰਤਿਆ ਗਿਆ ਸ਼ਬਦ ਹੈ। ਕਰੂੰਡੀਆ ਇਕੱਠਾ ਹੋ ਕੇ ਬੈਠਿਆ ਹੋਇਆ ਸੱਪ ਸੀ। ਰੂਲ ਹੁੰਦਾ ਡੰਡਾ। ਤਾਂ ਇਹ ਕੁਛ ਔਖੇ ਸ਼ਬਦਾਂ ਦੇ ਅਰਥ ਸੀ ਤਾਂ ਕਿ ਤੁਹਾਨੂੰ ਕਹਾਣੀ ਪੜ੍ਹਦੇ ਵਕਤ ਜਿੱਥੇ ਜਿੱਥੇ ਆਉਣ ਇਹ ਸਹਿਜੇ ਹੀ ਆਰਾਮ ਨਾਲ ਸਮਝ ਆ ਸਕਣ। ਤਾਂ ਇਹ ਕਹਾਣੀ ਹੈ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸਤੀ ਨਸਲ 'ਚੋਂ ਸੀ ਅਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਵੀ ਨਹੀਂ ਸੀ ਚੂਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ 'ਤੇ ਮੈਨੂੰ ਇਸ ਕੁੱਤੇ ਨੂੰ ਰੱਖਣ ਦੀ ਆਗਿਆ ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ। ਮੈਂ ਵੀ ਨਾਲ ਸਾਂ। ਕਾਊਚ ਦੇ ਹੇਠੋਂ ਕੋਈ ਕੂਲੀ ਕੂਲੀ ਚੀਜ਼ ਮੈਨੂੰ ਛੂਹੀ। ਮੈਂ ਥੱਲੇ ਦੇਖਿਆ ਅਤੇ ਡਰਿਆ। ਇਹ ਇੱਕ ਕੁੱਤੇ ਦੀ ਬੂਥੀ ਸੀ। ਪਿਤਾ ਜੀ ਦੇ ਦੋਸਤ ਨੇ ਕਿਹਾ, ਡਰਨਾ ਬੱਚਾ, ਇਹ ਵੱਢਦਾ ਨਹੀਂ। ਤਾਂ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਲੇਖਕ ਕਾਫੀ ਦੇਰ ਕੁੱਤੇ ਨਾਲ ਖੇਡਦਾ ਰਿਹਾ। ਚੰਪਕ ਕੁੰਜੇ ਦੇ ਵਿੱਚ ਖੇਡਦਾ ਨਾਂ ਲਿਖਿਆ ਹੋਇਆ ਇੱਕ ਤਰ੍ਹਾਂ ਦਾ ਕਿ ਵੱਢ ਫੜੀਚੀ। ਆਉਣ ਲੱਗਿਆ ਮੇਰਾ ਚਿਹਰਾ ਉਦਾਸਾ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, ਕੀ ਗੱਲ ਹੈ ਬੇਟਾ, ਉਦਾਸ ਕਿਉਂ ਹੈ? ਮੈਂ ਉਸ ਵੱਲ ਬਿਨਾਂ ਦੇਖਿਆਂ ਅਤੇ ਬਿਨਾਂ ਉੱਤਰ ਦਿੱਤਿਆਂ ਪਿਤਾ ਜੀ ਵੱਲ ਬੜੀ ਮਿਠਾਸ ਅਤੇ ਰਜੋਈ ਭਰੀ ਨਜ਼ਰ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ। ਪਿਤਾ ਜੀ ਨੇ ਅੱਖ ਦੀ ਬੇਮਾਲੂਮ ਜਿਹੀ ਘੂਰੀ ਦਿੱਤੀ ਅਤੇ ਮੈਂ ਸਹਿਮ ਗਿਆ। ਪਿਤਾ ਜੀ ਦੇ ਮਿੱਤਰ ਨੇ ਕਿਹਾ, ਦੋਸਤ, ਇਸ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਾਰਾਜ਼ ਅਤੇ ਉਦਾਸ ਨਹੀਂ ਦੇਖਣਾ ਚਾਹੁੰਦਾ। ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਨੇ ਕਿਹਾ, ਬੇਟਾ ਤੂੰ ਮੋਤੀ ਲੈਣਾ ਹੈ? ਜਾ ਲੈ ਜਾ ਬੀਬਾ ਪੁੱਤ। ਤਾਂ ਪਹਿਲਾ ਪ੍ਰਸ਼ਨ ਹੀ ਆਪਣਾ ਇਹ ਹੈ ਕਿ ਲੇਖਕ ਨੂੰ ਮੋਤੀ ਕਿੱਥੋਂ ਅਤੇ ਕਿਵੇਂ ਮਿਲਿਆ। ਤਾਂ ਇਸ ਪ੍ਰਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੇਖਕ ਨੂੰ ਜਿਹੜਾ ਮੋਤੀ ਸੀ ਉਹ ਉਸ ਦੇ ਪਿਤਾ ਦੇ ਬੰਗਾਲੀ ਦੋਸਤ ਦੇ ਘਰੋਂ ਇੱਕ ਕਾਊਚ ਯਾਨੀ ਸੋਫੇ ਦੇ ਹੇਠੋਂ ਮਿਲਿਆ ਸੀ। ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤਰਬਕੇ ਸਨ। ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ, ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਅਤੇ ਮੇਰੇ ਹੱਥ ਫੜਾ ਦਿੱਤੀ। ਮੋਤੀ ਹੈਰਾਨ ਸੀ। ਇੱਕ ਪ੍ਰਸ਼ਨ ਇਹ ਵੀ ਹੈ ਕਿ ਮੋਤੀ ਕਿਉਂ ਹੈਰਾਨ ਸੀ? ਸ਼ਾਇਦ ਸੋਚ ਰਿਹਾ ਹੋਵੇ, ਇਹ ਦਾ ਉੱਤਰ ਹੈ, ਸ਼ਾਇਦ ਸੋਚ ਰਿਹਾ ਹੋਵੇ ਕਿ 2 ਘੜੀ ਦੀ ਪ੍ਰੀਤ ਲਈ ਉਮਰ ਕੈਦ। ਬਸ ਇੰਨਾ ਹੀ ਉੱਤਰ ਇਹਦਾ, ਸ਼ਾਇਦ ਸੋਚ ਰਿਹਾ ਹੋਵੇ 2 ਘੜੀ ਦੀ ਪ੍ਰੀਤ ਲਈ ਉਮਰ ਕੈਦ। ਮੋਤੀ ਮੁੜ ਕੇ ਆਪਣੇ ਮਾਲਕ ਵੱਲ ਦੇਖਦਾ ਸੀ, ਪਰ ਉਸਦੇ ਕਹਿਣ 'ਤੇ ਜਾ ਮੋਤੀ, ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ, ਉਹ ਮੇਰੇ ਨਾਲ ਤੁਰ ਪਿਆ। ਉਸ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਕੇ ਆਈ ਅਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਅਤੇ ਅਸੀਂ ਆਪਣੇ ਘਰ ਪਹੁੰਚੇ। ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ, ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ। ਇਹ ਤੁਹਾਨੂੰ ਜਿਹੜੇ ਸ਼ਬਦ ਹੈ ਕਿਸ ਨੇ ਕਿਸ ਨੂੰ ਕਹੇ ਦੇ ਵਿੱਚ ਹੈ ਕਿ ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ। ਇਹ ਲੇਖਕ ਦੀ ਮਾਤਾ ਜੀ ਨੇ ਲੇਖਕ ਦੇ ਪਿਤਾ ਨੂੰ ਕਹੇ ਹੈ। ਪਿਤਾ ਜੀ ਨੇ ਉੱਤਰ ਦਿੱਤਾ, ਕਾਕੇ ਦੀ ਮਾਂ, ਕਾਕੇ ਨੂੰ ਇਹ ਚੰਗਾ ਲੱਗਾ ਅਤੇ ਪੁਰਸ਼ੋਤਮ ਬਾਬੂ ਨੇ ਇਹ ਦੇ ਦਿੱਤਾ। ਤਾਂ ਇਸ ਤਰ੍ਹਾਂ ਲੇਖਕ ਨੇ ਦੱਸਿਆ ਕਿ ਉਹਨੂੰ ਇਹ ਕੁੱਤਾ ਕਿਵੇਂ ਮਿਲਿਆ। ਮਾਤਾ ਜੀ ਨੇ ਹੋਰ ਕੁਝ ਨਾ ਕਿਹਾ। ਕਿੰਨਾ ਚਿਰ ਮੋਤੀ ਅਫਸੋਸਿਆ ਰਿਹਾ। ਉਹ ਕੁਝ ਨਹੀਂ ਸੀ ਖਾਂਦਾ। ਦੁੱਧ ਦਾ ਪਿਆਲਾ ਵੀ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ ਸੀ, ਕਿਉਂਕਿ ਉਹ ਬੇਗਾਨੇ ਘਰ ਆਇਆ ਸੀ, ਆਪਦੇ ਮਾਲਕ ਦਾ ਪਹਿਲਾਂ ਵਾਲੇ ਦਾ ਘਰ ਛੱਡ ਕੇ, ਇਸ ਕਰਕੇ ਉਹਦਾ ਜੀਅ ਨਹੀਂ ਸੀ ਲੱਗ ਰਿਹਾ। ਤੁਸੀਂ ਇਹ ਕਹਾਣੀ ਕਿਤਾਬ ਦੇ ਵਿੱਚੋਂ ਪੂਰੀ ਪੜ੍ਹਨੀ ਹੈ, ਮੈਂ ਵਿੱਚ ਅੰਸ਼ ਪੜ੍ਹ ਰਿਹਾ ਕਹਾਣੀ ਦੇ। ਤਾਂ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਜੀਅ ਲੱਗ ਗਿਆ ਤਾਂ ਉਹ ਦੁੱਧ ਪੀਣ ਲੱਗ ਗਿਆ, ਉਹ ਖੇਡਣ ਵੀ ਲੱਗ ਗਿਆ। ਤਾਂ
ਇਸ ਤਰ੍ਹਾਂ ਕੀ ਹੁੰਦਾ ਸੀ ਕਿ ਕਈ ਵਾਰ ਜਿਹੜਾ ਮੋਤੀ ਸੀਗਾ ਉਹ ਸਕੂਲ ਜਾਣ ਸਮੇਂ ਲੇਖਕ ਦੇ ਦੱਬੇ ਪੈਰੀਂ ਮਗਰੀ ਸਕੂਲ ਚਲਾ ਜਾਂਦਾ ਸੀ। ਤਾਂ ਇੱਕ ਦਿਨ ਕੀ ਹੋਇਆ ਕਿ ਜਿਹੜਾ ਮੋਤੀ ਸੀ ਉਹ ਜਮਾਤ ਦੇ ਕਮਰੇ ਵਿੱਚ ਚਲਾ ਗਿਆ ਲੇਖਕ ਦੇ ਮਗਰੀ। ਤਾਂ ਉਹਨੂੰ ਦੇਖ ਕੇ ਸਾਰੇ ਜਿਹੜੇ ਹੈਗੇ ਆ ਬੱਚੇ ਬਹੁਤ ਖੁਸ਼ ਹੋਏ, ਬਹੁਤ ਪਿਆਰ ਨਾਲ ਖੇਡਣ ਲੱਗੇ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਥੋੜ੍ਹੀ ਦੇਰ ਬਾਅਦ ਜਮਾਤ ਦੇ ਵਿੱਚ ਮਾਸਟਰ ਜੀ ਆ ਗਏ। ਅਤੇ ਮਾਸਟਰ ਜੀ ਨੇ ਜਦੋਂ ਕੁੱਤੇ ਨੂੰ ਦੇਖਿਆ ਤਾਂ ਉਹ ਰੂਲ ਲੈ ਕੇ ਉਹਨੂੰ ਮਾਰਨ ਦੌੜੇ। ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜ੍ਹਾ ਸੀ ਜੋ ਉਹਨਾਂ ਦਾ ਰੋਹਬ ਝੱਲ ਲੈਂਦਾ। ਉਹਨੇ ਵੱਧ ਕੇ ਘੁਰਕੀ ਸੁਣਾਈ ਅਤੇ ਨਾਲ ਹੀ ਦੁੱਧ ਚਿੱਟੇ ਦੰਦ ਦਿਖਾਏ। ਫਿਰ ਉਹ ਮੇਰੇ ਬੈਂਚ ਹੇਠਾਂ ਵੜ ਕੇ ਬਹਿ ਗਿਆ। ਤਾਂ ਇਹ ਕੁੱਤਾ ਤੇਰਾ ਹੈ, ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ। ਮੈਂ ਡਰਦਿਆਂ ਮਾਸਟਰ ਜੀ ਨੂੰ ਕਿਹਾ, ਇਹ ਕੁੱਤਾ ਮੇਰਾ ਹੀ ਹੈ। ਉਹਨਾਂ ਉਸੇ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ। ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ। ਮੈਂ ਬੜਾ ਖੁਸ਼ ਸਾਂ, ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁੜਦਿਆਂ ਸਾਰ ਸੇਵੀਆਂ ਦਾ ਸਵਾਦ ਚਖਾਉਣਾ ਹੈ। ਸੇਵੀਆਂ ਦਾ ਸਵਾਦ ਚਖਾਉਣਾ ਤੋਂ ਭਾਵ ਹੈ ਇਹ ਮਾਸਟਰ ਜੀ ਚਪੇੜਾ ਮਾਰਨ ਨੂੰ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਸਨ। ਤਾਂ ਇਹ ਜਿਹੜਾ ਹੈਗਾ ਇੱਥੋਂ ਤਾਈਂ ਇੱਕ ਆਪਣਾ ਪ੍ਰਸ਼ਨ ਦਾ ਉੱਤਰ ਵੀ ਆ ਗਿਆ ਹੈ ਕਿ ਲੇਖਕ ਨਾਲ ਸਕੂਲ ਦੇ ਵਿੱਚ ਜਾਂ ਲੜਕੇ ਨਾਲ ਸਕੂਲ ਦੇ ਵਿੱਚ ਕਿਹੜੀ ਘਟਨਾ ਵਾਪਰੀ ਸੀ ਮੋਤੀ ਕਰਕੇ। ਤਾਂ ਇਹ ਉਹ ਘਟਨਾ ਸੀ ਜਿਹੜੀ ਉਹਦੇ ਨਾਲ ਵਾਪਰੀ ਸੀ। ਤਾਂ ਉਸ ਤੋਂ ਬਾਅਦ ਅੱਗੇ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਮੋਤੀ ਨੇ ਕਈ ਵਾਰ ਕੋਸ਼ਿਸ਼ ਕੀਤੀ ਸਕੂਲ ਜਾਣ ਦੀ, ਪਰ ਲੇਖਕ ਨੇ ਉਹਨੂੰ ਜਦੋਂ ਡਾਂਟਤਾ ਜਾਂ ਉੱਥੋਂ ਭਜਾਤਾ ਸਕੂਲ ਦੇ ਗੇਟ ਤੋਂ, ਤਾਂ ਉਸ ਤੋਂ ਬਾਅਦ ਜਿਹੜਾ ਮੋਤੀ ਹੈ ਉਹ ਸਕੂਲ ਨਹੀਂ ਗਿਆ, ਘਰ ਬੈਠਣ ਲੱਗ ਗਿਆ, ਘਰ ਰਹਿਣ ਲੱਗ ਗਿਆ। ਅਤੇ ਲੇਖਕ ਵੀ ਉਹਨੂੰ ਘਰ ਦੇ ਵਿੱਚ ਜਦੋਂ ਛੁੱਟੀ ਤੋਂ ਮਿਲਦੀ ਉਸ ਤੋਂ ਬਾਅਦ ਜਾ ਕੇ ਦੇਖਦਾ, ਬਹੁਤ ਖੁਸ਼ ਹੁੰਦਾ। ਉਸ ਤੋਂ ਬਾਅਦ ਅੱਗੇ ਜਿਹੜਾ ਦਿੱਤਾ ਹੋਇਆ ਕਿ ਇਹ ਇੰਪੋਰਟੈਂਟ ਪੈਰਾ ਆਪਣੇ ਵਾਸਤੇ, ਮੋਤੀ ਵਿੱਚ ਬੜੇ ਗੁਣ ਸਨ। ਘਰ ਦੀ ਰਾਖੀ ਕਰਦਾ ਸੀ, ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ, ਸਿਟ ਡਾਊਨ ਕਿ ਹਾਂ ਅਗਲੇ ਦੋਵੇਂ ਪੰਜੇ ਚੁੱਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ। ਅਤੇ ਹਨੇਰੀਆਂ ਰਾਤਾਂ ਵਿੱਚ ਕਈ ਵਾਰੀ ਸੋਟੇ ਨਾਲ ਲਮਕਾਈਆਂ 2 ਨਿੱਕੀਆਂ ਲਾਲਟਨਾਂ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤਿਆਂ 'ਤੇ ਚਾਨਣ ਕਰਦਾ ਹੁੰਦਾ ਸੀ। ਪਿਤਾ ਜੀ ਉਸ ਦੀ ਕਦਰ ਉਦੋਂ ਹੋਰ ਵੀ ਬਹੁਤੀ ਕਰਨ ਲੱਗ ਪਏ ਜਦ ਤੋਂ ਉਸ ਨੇ ਉਹਨਾਂ ਦੀ ਜਾਨ ਬਚਾਈ ਸੀ। ਪਿਤਾ ਜੀ ਆਪਣੇ ਦਫ਼ਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ। ਮੋਤੀ ਨੇ ਜੋ ਉਹਨਾਂ ਨਾਲ ਅਚਾਨਕ ਗਿਆ ਹੋਇਆ ਸੀ ਉਹਨਾਂ ਦੀ ਪਤਲੂਨ ਫੜ ਲਈ। ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ, ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ। ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿਚਕਾਰ ਪਈ। ਦੋਹਾਂ ਬੂਟਾਂ ਦੇ ਵਿਚਕਾਰ ਇੱਕ ਕਰੁੰਡੀਆ ਗੁੱਛੀ ਹੋਇਆ ਬੈਠਾ ਸੀ। ਪਿਤਾ ਜੀ ਛਾਲ ਮਾਰ ਕੇ ਲਾਂਭੇ ਹੋ ਗਏ ਅਤੇ ਮੋਤੀ ਉਸ ਨੂੰ ਦੇਖ ਕੇ ਭੌਂਕਣ ਲੱਗ ਪਿਆ। ਪਿਤਾ ਜੀ ਨੇ ਇੱਕ ਡਬਲ ਇੱਟ ਨਾਲ ਉਸ ਨੂੰ ਟਿਕਾਣੇ ਲਾ ਦਿੱਤਾ। ਤਾਂ ਇਹ ਪਹਿਰਾ ਇਸ ਲਈ ਇੰਪੋਰਟੈਂਟ ਸੀ ਕਿਉਂਕਿ ਇਹਦੇ ਵਿੱਚ ਪ੍ਰਸ਼ਨ ਦਿੱਤਾ ਹੋਇਆ ਕਹਾਣੀ ਦੇ ਵਿੱਚ ਕਿ ਮੋਤੀ ਵਿੱਚ ਕਿਹੜੇ ਕਿਹੜੇ ਗੁਣ ਸਨ। ਇਹ ਸਾਰੇ ਪਹਿਰੇ ਦੇ ਵਿੱਚ ਉਹਦੇ ਗੁਣਾਂ ਦੇ ਹੀ ਜ਼ਿਕਰ ਹੈ। ਅਗਲਾ ਜਿਹੜਾ ਪਹਿਰਾ ਹੈਗਾ ਕਿ ਮੋਤੀ ਕਈ ਵਾਰ ਉਹਨਾਂ ਲੇਖਕ ਦੇ ਨਾਲ ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ। ਤਾਂ ਇੱਕ ਦਿਨ ਦੀ ਘਟਨਾ ਕੀ ਹੋਈ ਕਿ ਜਦੋਂ ਮੋਤੀ ਨੂੰ ਲੈ ਕੇ ਜਿਹੜਾ ਹੈਗਾ ਉਹ ਮੋਤੀ ਨੂੰ ਨਾਲ ਲੈ ਕੇ ਗਏ। ਜਦੋਂ ਅਗਨ ਬੋਟ ਦੇ ਵਿੱਚ ਉਹ ਬੈਠ ਗਏ ਅਤੇ ਜਹਾਜ਼ ਜਿਹੜਾ ਜੈਟੀ ਨਾਲੋਂ ਨਿਖੜ ਚੁੱਕਾ ਸੀ। ਜੈਟੀ ਦਾ ਮਤਲਬ ਜਿੱਥੇ ਕਿਨਾਰਾ ਸੀ ਉਹ ਤੋਂ ਦੂਰ ਆ ਗਿਆ ਸੀ ਅਤੇ ਕਾਫੀ ਲੰਬਾ ਜਿਹੜਾ ਹੈਗਾ ਪਾੜ ਪੈ ਗਿਆ ਸੀ। ਪਰ ਮੋਤੀ ਜਿਹੜਾ ਉਹ ਜੈਟੀ 'ਤੇ ਹੀ ਰਹਿ ਗਿਆ। ਜਦੋਂ ਲੇਖਕ ਨੇ ਰੌਲਾ ਪਾਇਆ ਤਾਂ ਲੇਖਕ ਦੇ ਪਿਤਾ ਜੀ ਨੇ ਪੂਰੀ ਛਾਲ ਮਾਰੀ ਦੱਬ ਕੇ, ਅਤੇ ਉਸ ਤੋਂ ਬਾਅਦ ਉਹ ਮੋਤੀ ਨੂੰ ਉੱਥੋਂ ਲੈ ਆਏ। ਤਾਂ ਇਹ ਪੰਜਾਬੀ ਬੰਦੇ ਦਾ ਇਹ ਕਾਰਨਾਮਾ ਦੇਖ ਕੇ ਬੰਗਾਲੀ ਲੋਕ ਹੈਰਾਨ ਰਹਿ ਗਏ ਵੀ ਉਹਨੇ ਆਪਦੀ ਜਾਨ ਨੂੰ ਖਤਰੇ 'ਚ ਪਾਇਆ। ਤਾਂ ਉੱਤਲੀਆਂ ਜਿਹੜੀਆਂ ਪੌੜੀਆਂ ਸੀ ਉਹਨਾਂ ਤੋਂ ਇੱਕ ਮੇਮ ਉੱਤਰ ਕੇ ਆਈ ਅਤੇ ਉਹ ਲੇਖਕ ਦੇ ਪਿਤਾ ਜੀ ਨੂੰ ਪੁੱਛਣ ਲੱਗੀ, ਤੁਸੀਂ ਬੜੇ ਬਹਾਦਰ ਹੋ, ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ? ਤਾਂ ਲੇਖਕ ਦੇ ਪਿਤਾ ਜੀ ਨੇ ਉਸ ਮੇਮ ਨੂੰ ਕਿਹਾ ਕਿ ਇਹ ਜਿਹੜਾ ਮੇਰੇ ਬੱਚੇ ਦਾ ਖਿਡੌਣਾ ਹੈ, ਇਸ ਕਰਕੇ ਮੈਂ ਇਹਨੂੰ ਆਪਣੇ ਬੱਚੇ ਵਾਸਤੇ ਲੈ ਕੇ ਆਇਆ। ਤਾਂ ਮੇਮ ਨੇ ਮੇਰੇ ਵੱਲ ਦੇਖਿਆ ਅਤੇ ਕਹਿਣ ਲੱਗੀ, ਤਾਂ ਇਹ ਤੁਹਾਡਾ ਬੱਚਾ ਹੈ। ਉਸਨੇ ਮੇਰੀ ਖੱਬੀ ਗੱਲ੍ਹ ਨੂੰ ਥਪਕਿਆ ਅਤੇ ਇਸ ਤੋਂ ਬਾਅਦ ਮੇਮ ਵੀ ਮੋਤੀ ਦੀ ਮਿੱਤਰ ਬਣ ਗਈ। ਹੁਣ ਕੀ ਹੁੰਦਾ ਸੀ ਕਿ ਜਦੋਂ ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ 'ਤੇ ਆਪਣੇ ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ। ਯਾਨੀ ਮੇਮ ਨਾਲ ਉਹਨਾਂ ਦੀ ਫਿਰ ਮਿੱਤਰਤਾ ਹੋ ਗਈ, ਉਹ ਉੱਥੇ ਜਾਣ ਲੱਗ ਗਏ। ਮੋਤੀ ਪਿੱਛੇ ਮੈਨੂੰ
ਇਹ ਪ੍ਰਸ਼ਨ ਹੈ ਇੱਕ ਕਿ ਲੇਖਕ ਨੂੰ ਕਿਸ ਕਿਸ ਚੀਜ਼ਾਂ ਦਾ ਕਿਹੜੀਆਂ ਚੀਜ਼ਾਂ ਦਾ ਗੱਫਾ ਮਿਲਦਾ ਸੀਗਾ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਅਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਮੇਮ ਦੇ 2 ਵੱਡੇ ਕੁੱਤੇ ਹੋਰ ਸਨ। ਮੋਤੀ ਉਹਨਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ। ਇਹ ਵੀ ਪ੍ਰਸ਼ਨ ਹੈ ਕਿ ਮੇਮ ਦੇ ਬਾਗ ਦੇ ਵਿੱਚ ਜਾਂ ਮੇਮ ਦੇ ਘਰ ਕਿਹੜੇ ਜਿਹੜੇ ਫੁੱਲਾਂ ਦੇ ਪੌਦੇ ਸਨ, ਗੁਲਾਬ, ਟਿਊਲਿਪ ਅਤੇ ਟਮਾਟਰਾਂ ਦੇ ਬੂਟੇ, ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਦਾ ਫਿਰਦਾ। ਤਾਂ ਇਹ ਜਿਹੜੇ ਹੈਗੇ ਆ ਬੂਟਿਆਂ ਦਾ ਜ਼ਿਕਰ ਆ ਗਿਆ। ਕੁੱਤੇ ਜਿਹੜੇ ਹੈਗੇ ਹੱਫ ਜਾਂਦੇ ਸੀ, ਛੇੜ ਕੇ ਮੋਤੀ ਨੱਸਦਾ ਸੀ ਅਤੇ ਐਂ ਲੱਗਦਾ ਸੀ ਵੀ ਫੜਿਆ ਨਹੀਂ ਜਾਂਦਾ, ਪਤਾ ਨਹੀਂ ਕਿੱਥੋਂ ਇੰਨੀ ਤਾਕਤ ਆ ਗਈ ਹੈ। ਤਾਂ ਇੱਕ ਵਾਰ ਮੂੰਹ ਪਾੜ ਕੇ ਮੇਮ ਨੇ ਪਿਤਾ ਜੀ ਤੋਂ ਉਸ ਕੁੱਤੇ ਦੀ ਮੰਗ ਕੀਤੀ ਸੀ, ਪਰ ਉਹਦੇ ਪਿਤਾ ਜੀ ਨੇ ਇਹ ਕਹਿ ਕੇ ਨਾ ਕਰਤਾ ਸੀ ਕਿ ਇਹ ਤਾਂ ਮੇਰੇ ਬੱਚੇ ਦਾ ਖਿਡੌਣਾ, ਇਹ ਮੈਂ ਨਹੀਂ ਦੇ ਸਕਦਾ। ਫਿਰ ਲੇਖਕ ਨੂੰ ਵੀ ਉਹਨੇ ਚਮਕਦੇ ਟਣਕਦੇ ਰੁਪਏ ਦਿਖਾਏ, ਪਰ ਲੇਖਕ ਨੇ ਵੀ ਉਹ ਆਪਦੇ ਕੁੱਤੇ ਨੂੰ ਦੇਣ ਤੋਂ ਨਾ ਕਰਤੀ। ਅਤੇ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਵੀ 2-3 ਪ੍ਰਸ਼ਨ ਇੱਥੇ ਆ ਗਏ ਹੈ। ਇੱਕ ਇਹ ਵੀ ਹੈ ਕਿ ਮੇਮ ਜਿਹੜੀ ਹੈਗੀ ਹੈ ਮੋਤੀ ਨੂੰ ਕਿਉਂ ਲੈਣਾ ਚਾਹੁੰਦੀ ਸੀ, ਜਾਂ ਲੇਖਕ ਨੂੰ ਆਂਡਿਆਂ ਅਤੇ ਦੁੱਧ ਦਾ ਇਹ ਗੱਫਾ ਕਿਉਂ ਮਿਲਦਾ ਸੀ। ਕਿਉਂਕਿ ਉਹ ਮੋਤੀ ਨੂੰ ਲੈਣਾ ਚਾਹੁੰਦੀ ਸੀ। ਕਿਉਂ ਲੈਣਾ ਚਾਹੁੰਦੀ ਸੀ? ਕਿਉਂਕਿ ਮੋਤੀ ਉਸ ਨੂੰ ਭਾ ਗਿਆ ਸੀ, ਉਹਨੂੰ ਪਸੰਦ ਆ ਗਿਆ ਸੀ, ਇਸ ਕਰਕੇ ਉਹਨੂੰ ਲੈਣਾ ਚਾਹੁੰਦੀ ਸੀ। ਤਾਂ ਉਸ ਤੋਂ ਬਾਅਦ ਅੱਗੇ ਕਹਾਣੀ ਦੇ ਵਿੱਚ ਅੱਗੇ ਤੁਰਦੀ ਹੈ। ਫਿਰ ਕਹਾਣੀ ਦਾ ਅੰਤ ਹੀ ਸਮਝੋ, ਅਤੇ ਉਹਦੇ ਵਿੱਚ ਇਹ ਹੈ ਕਿ ਉਹਦੇ ਪਿਤਾ ਜੀ ਬਿਮਾਰ ਹੋ ਗਏ ਹੈ। ਉਹਦੀ ਮਾਤਾ ਜੀ ਨੂੰ ਵਹਿਮ ਹੋ ਗਿਆ ਕਿ ਇਸ ਕੁੱਤੇ ਦੇ ਕਰਕੇ ਹੀ ਉਹਦੇ ਜਿਹੜੇ ਪਤੀ ਹੈ ਬਿਮਾਰ ਹੋ ਗਏ ਹੈ। ਇਸ ਕਰਕੇ ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ। ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ। ਉਹਨਾਂ ਨੇ ਪੰਜਾਬ ਆਉਣ ਦੀ ਤਿਆਰੀ ਕਰ ਲਈ, ਸਮਾਰਾ ਸਮਾਨ ਚੁੱਕ ਲਿਆ, ਟੈਕਸੀ ਦੇ ਵਿੱਚ ਬੈਠ ਗਏ। ਮੋਤੀ ਜਿਹੜਾ ਉੱਥੇ ਘਰ ਦੇ ਵਿੱਚ ਹੀ ਸੀ। ਜਦੋਂ ਉਹਨਾਂ ਦੀ ਟੈਕਸੀ ਚੱਲੀ, ਉਹ ਟੈਕਸੀ ਦੇ ਮਗਰ ਦੌੜਿਆ, ਅਤੇ ਉਹ ਜਿਹੜਾ ਹੈਗਾ ਮੋਟਰ ਬਾਜ਼ਾਰਾਂ ਦੇ ਵਿੱਚ ਦੀ ਤੇਜ਼ ਦੌੜ ਰਹੀ ਸੀ। ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ। ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰਦਾਸ ਦਾ ਇਹ ਭਜਨ, ਕਦਮ ਬੜੇ ਅੱਗੇ ਮਨ ਪਾਛੇ ਵਾਗੇ। ਇਹ ਜਿਹੜੇ ਹੈਗੇ ਆ, ਮਤਲਬ ਇੱਥੇ ਲੇਖਕ ਦੱਸਣਾ ਚਾਹੁੰਦਾ ਕਿ ਚਾਹੇ ਉਹ ਅੱਗੇ ਨੂੰ ਜਾ ਰਿਹਾ ਸੀ, ਪਰ ਉਹਦਾ ਮਨ ਪਿੱਛੇ ਮੋਤੀ 'ਚ ਸੀਗਾ। ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਰੇਲਵੇ ਸਟੇਸ਼ਨ 'ਤੇ ਚਲੇ ਗਏ, ਉੱਥੇ ਜਿਹੜੀਆਂ ਹੈਗੀ ਗੱਡੀ ਤਿਆਰ ਖੜ੍ਹੀ ਸੀ, ਉਹ ਗੱਡੀ ਦੇ ਵਿੱਚ ਚੜ੍ਹ ਗਏ, ਪਰ ਮੋਤੀ ਉੱਥੇ ਹੀ ਰਹਿ ਗਿਆ। ਮੋਤੀ ਨੇ ਗੱਡੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕਿਉਂਕਿ ਉਹ ਇੱਕ ਮਸ਼ੀਨ ਸੀ ਜਾਂ ਇੰਜਨ ਸੀਗਾ, ਤਾਂ ਇਸ ਕਰਕੇ ਮੋਤੀ ਉਹਨੂੰ ਫੜ ਨਹੀਂ ਸੀ ਸਕਦਾ। ਬਹੁਤ ਦੇਰ ਤੱਕ ਮੋਤੀ ਗੱਡੀ ਦੇ ਮਗਰ ਭੱਜਿਆ, ਪਰ ਉਹਦੀ ਕੋਈ ਵਾਹ ਨਾ ਗਈ। ਅਖੀਰ ਮੋਤੀ ਹਾਰ ਗਿਆ। ਫਿਰ ਕਾਫੀ ਦੇਰ ਬਾਅਦ ਲੇਖਕ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਗੁਆਂਢੀਆਂ ਦੀ ਜਦੋਂ ਚਿੱਠੀ ਆਈ ਕਿ ਮੋਤੀ ਬਹੁਤ ਚਿਰ ਉਹਨਾਂ ਦੇ ਵੇਚੇ ਹੋਏ ਮਕਾਨ ਦੇ ਅੱਗੇ ਬੈਠਾ ਰਹਿੰਦਾ ਸੀ, ਅਤੇ 1-2 ਘੰਟੇ ਗਾਇਬ ਰਹਿੰਦਾ ਸੀ। ਹੋ ਸਕਦਾ ਉਹ ਰੇਲਵੇ ਸਟੇਸ਼ਨ 'ਤੇ ਉਹਨਾਂ ਨੂੰ ਦੇਖਣ ਜਾਂਦਾ ਹੋਵੇ। ਇੱਕ ਰਾਤ ਕਹਿੰਦੇ ਉਹ ਬਹੁਤ ਰੋਇਆ, ਅਤੇ ਉਸ ਤੋਂ ਬਾਅਦ ਉਹਨੂੰ ਕਿਸੇ ਨੇ ਨਹੀਂ ਦੇਖਿਆ। ਅਤੇ ਲੇਖਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜੀ ਰਾਤ ਉਹ ਰੋਇਆ ਸੀ, ਹੋ ਸਕਦਾ ਹੈ ਉਸ ਦਿਨ ਉਹਦੇ ਪਿਤਾ ਜੀ ਦੀ ਆਖਰੀ ਰਾਤ ਹੋਵੇ। ਤਾਂ ਇਹ ਕਹਾਣੀ ਸੀਗੀ ਮੋਤੀ ਕੁੱਤੇ ਨਾਲ ਸੰਬੰਧਿਤ। ਇਹਦਾ ਪਹਿਲਾ ਪ੍ਰਸ਼ਨ ਹੈ, ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਅਤੇ ਕਿਵੇਂ ਮਿਲਿਆ? ਇਹਦਾ ਜਵਾਬ ਮੈਂ ਕਹਾਣੀ ਪੜ੍ਹਦੇ ਵਕਤ ਦਿੱਤਾ ਸੀ। ਮੋਤੀ ਕਿਉਂ ਹੈਰਾਨ ਸੀ, ਇਹਦਾ ਜਵਾਬ ਵੀ ਦਿੱਤਾ ਸੀ। ਮੋਤੀ ਕਾਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ, ਇਹ ਵੀ ਆਪਾਂ ਤੁਹਾਨੂੰ ਵਿੱਚ ਹੀ ਦੱਸਤਾ ਸੀ। ਮੋਤੀ ਵਿੱਚ ਕਿਹੜੇ ਗੁਣ ਸਨ, ਇੱਕ ਪੈਰਾ ਪੂਰਾ ਤੁਹਾਨੂੰ ਸੀ ਦੱਸਿਆ ਸੀ ਵੀ ਉਹਦੇ ਵਿੱਚ ਪੂਰੇ ਚੁੱਤਰ ਹੈ। ਲੜਕੇ ਨੂੰ ਮੇਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਅਤੇ ਕਿਉਂ, ਉਹੀ ਸਾਰਾ ਕੁਛ ਜਿਹੜਾ ਚਾਕਲੇਟ, ਸੈਂਡਵਿਚ ਵਗੈਰਾ ਉਹ ਤੁਹਾਨੂੰ ਦੱਸਤਾ ਸੀ ਵਿੱਚ। ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਫੁੱਲ ਖਿੜੇ ਹੋਏ ਸਨ, ਗੁਲਾਬ, ਟਿਊਲਿਪ, ਟਮਾਟਰਾਂ ਦੇ ਫੁੱਲ ਖਿੜੇ ਹੋਏ ਸਨ, ਇਹ ਵੀ ਵਿੱਚੇ ਦੱਸਤਾ ਸੀ। ਅਤੇ ਲਾਸਟ ਪ੍ਰਸ਼ਨ ਹੈ, ਦੱਸੋ ਮੋਤੀ ਦਾ ਸੁਭਾਅ ਕਿਹੋ ਜਿਹਾ ਸੀ? ਮੋਤੀ ਦਾ ਸੁਭਾਅ ਬਹੁਤ ਵਧੀਆ ਸੀ। ਉਹ ਬੜੀ ਛੇਤੀ ਹਰ ਇੱਕ ਨਾਲ ਦੋਸਤੀ ਕਰ ਲੈਂਦਾ ਸੀ। ਉਹ ਬਹੁਤ ਵਫਾਦਾਰ ਸੀ ਅਤੇ ਆਪਣੇ ਮਾਲਕ ਦੇ ਦੱਸੇ ਅਨੁਸਾਰ ਚੱਲਦਾ ਸੀ। ਤਾਂ ਇਹ ਜਿਹੜੇ ਪ੍ਰਸ਼ਨਾਂ ਦੇ ਉੱਤਰ ਹੈ, ਮੈਂ ਆਪਣੇ YouTube ਦੇ ਵਿੱਚ ਇੱਕ ਲਿੰਕ ਦੇ ਦੂੰਗਾ। ਉਹ ਮੇਰੇ ਬਲੌਗ ਸਪੌਟ ਦਾ ਲਿੰਕ ਹੈ, ਉੱਥੋਂ ਜਾ ਕੇ ਤੁਸੀਂ ਇਹ ਸਾਰੇ ਉੱਤਰ ਡਾਊਨਲੋਡ ਕਰ ਸਕਦੇ ਹੋ ਅਤੇ ਲਿਖ ਵੀ ਸਕਦੇ ਹੋ। ਅੱਗੇ ਇਹ ਹੈਗੇ ਸ਼ਬਦ ਕਿਸ ਨੇ ਕਿਸ ਨੂੰ ਕਹੇ। ਤੁਸੀਂ ਫਿਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ, ਵੀ ਤੁਹਾਨੂੰ ਦੱਸਤਾ ਸੀ। ਲੇਖਕ ਦੀ ਮਾਤਾ ਜੀ ਨੇ ਉਹਦੇ ਪਿਤਾ ਜੀ ਨੂੰ ਕਹੇ। ਅਤੇ ਲਾਸਟ ਹੈ, ਇਹ ਕੁੱਤਾ ਮੇਰਾ ਹੀ ਹੈ, ਇਹ ਲੇਖਕ ਨੇ ਜਾਂ ਲੜਕੇ ਨੇ ਮਾਸਟਰ ਜੀ ਨੂੰ ਕਹੇ। ਤਾਂ ਇਹ ਤੁਸੀਂ ਸਾਰੇ ਪ੍ਰਸ਼ਨ ਮੇਰੇ ਉਸ ਲਿੰਕ 'ਤੇ ਜਾ ਕੇ ਮੇਰੇ ਬਲੌਗ ਸਪੌਟ ਤੋਂ ਡਾਊਨਲੋਡ ਕਰ ਲੈਣੇ ਆ, ਅਤੇ ਇਹਨਾਂ ਨੂੰ ਤੁਸੀਂ ਆਪਣੀ ਕਾਪੀ ਦੇ ਵਿੱਚ ਲਿਖ ਵੀ ਸਕਦੇ ਹੋ। ਤੁਸੀਂ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ, ਸਬਸਕ੍ਰਾਈਬ ਵੀ ਕਰਨਾ ਹੈ,
ਅਤੇ ਆਪਣੇ ਕਮੈਂਟ ਦੇ ਵਿੱਚ ਆਪਣੇ ਸੁਝਾਅ ਵੀ ਜ਼ਰੂਰ ਦੇਣੇ ਆ। ਧੰਨਵਾਦ।